ਸਤਿ ਸ੍ਰੀ ਅਕਾਲ। ਅਕਾਲ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਵਿੰਦਰ ਸਿੰਘ ਸਵਾਗਤ ਕਰਦਾ। ਕਿਸਾਨ ਜਥੇਬੰਦੀਆਂ ਤੇ ਕੇਂਦਰ ਦੀ ਬੈਠਕ ਦੇ ਵਿੱਚ ਕੀ ਨਤੀਜਾ ਨਿਕਲ ਕੇ ਸਾਹਮਣੇ ਆਉਂਦਾ ਹੈ, ਇਹ ਤਾਂ 4 ਜਨਵਰੀ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਕਿਸਾਨ ਜਥੇਬੰਦੀਆਂ ਵੱਲੋਂ ਆਪਣੀਆਂ ਤਿਆਰੀਆਂ ਇਸ ਕਦਰ ਤੱਕ ਕਰ ਲਈਆਂ ਗਈਆਂ ਨੇ ਕਿ ਜੇਕਰ 4 ਜਨਵਰੀ ਨੂੰ ਕੋਈ ਹਾਂ ਪੱਕੀ ਹੁੰਗਾਰਾ ਨਹੀਂ ਨਿਕਲਦਾ ਤਾਂ ਉਹਨਾਂ ਵੱਲੋਂ ਅਗਲੀ ਰਣਨੀਤੀ ਕੀ ਹੋਵੇਗੀ। ਤੁਹਾਨੂੰ ਦੱਸ ਦਈਏ ਕਿ ਅੱਜ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਕਿਸਾਨ ਆਗੂਆਂ ਨੇ ਜਾਣਕਾਰੀ ਦਿੱਤੀ ਹੈ ਕਿ 18 ਜਨਵਰੀ ਨੂੰ ਪੂਰੇ ਦੇਸ਼ ਭਰ ਵਿੱਚ ਔਰਤ ਕਿਸਾਨ ਦਿਵਸ ਮਨਾਇਆ ਜਾਵੇਗਾ ਅਤੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਵੀ ਰੱਖੀ ਗਈ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਜ਼ਿਲ੍ਹਾ ਸੰਗਰੂਰ ਦੇ ਕਿਸਾਨਾਂ ਤੇ ਹੋਈ ਲਾਠੀਚਾਰਜ ਦੀ ਨਿੰਦਾ ਵੀ ਕੀਤੀ ਗਈ ਹੈ ਅਤੇ ਐਲਾਨ ਕੀਤਾ ਹੈ ਕਿ ਕਾਨੂੰਨ ਰੱਦ ਹੋਣ ਤੱਕ ਬੀਜੇਪੀ ਦੇ ਆਗੂਆਂ ਦਾ ਇਸੇ ਤਰ੍ਹਾਂ ਵਿਰੋਧ ਜਾਰੀ ਰਹੇਗਾ। ਤੁਹਾਨੂੰ ਸੁਣਾਉਂਦੇ ਹਾਂ ਕਿਸਾਨ ਆਗੂ ਹਰਮੀਤ ਸਿੰਘ ਕਾਦੀਆ ਵੱਲੋਂ ਪ੍ਰੈਸ ਨੂੰ ਦਿੱਤੀ ਗਈ ਇਹ ਜਾਣਕਾਰੀ। 6 ਤੋਂ ਲੈ ਕੇ 20 ਤੱਕ ਪੰਦਰਵਾੜਾ ਮਨਾਇਆ ਜਾਊ ਸੰਘਰਸ਼ ਕਿਸਾਨੀ ਸੰਘਰਸ਼ ਦਾ। ਪੂਰੇ ਦੇਸ਼ ਦੇ ਵਿੱਚ ਅਲੱਗ-ਅਲੱਗ ਰੂਪ ਦੇ ਵਿੱਚ ਰੈਲੀ ਜਾਂ ਮੰਗ ਪੱਤਰ ਜਾਂ ਧਰਨੇ ਜਾਂ ਉਹਦਾ ਕੋਈ ਵੀ ਤਰ੍ਹਾਂ ਦਾ ਵਿਰੋਧ ਕਰਨਾ ਵੀ ਕਾਲੇ ਕਾਨੂੰਨ ਨੂੰ ਮਾਫ ਕੀਤਾ ਜਾਵੇ, ਭਲਾ ਬੋਰਡ ਲੱਗੇ ਹੁਣ, ਭਲਾ ਚੌਂਕ 'ਚ ਕਿਸੇ ਤਰ੍ਹਾਂ ਦਾ ਵੀ ਸੰਘਰਸ਼ ਦੇ ਰੂਪ ਦੇ ਵਿੱਚ ਉਹ ਸਾਰਾ 15ਵਾਂ ਦਿਹਾੜਾ ਅਸੀਂ ਕਿਸਾਨੀ ਦੇ ਨਾਂ ਤੇ ਪੂਰੇ ਦੇਸ਼ 'ਚ ਮਨਾਇਆ ਜਾਊਗਾ। 18 ਤਰੀਕ ਸਾਰੇ ਦੇਸ਼ ਦੇ ਵਿੱਚ ਔਰਤ ਕਿਸਾਨ ਦਿਵਸ ਦੇ ਤੌਰ ਤੇ ਅਸੀਂ ਮਨਾਵਾਂਗੇ। ਇੱਥੋਂ ਸਟੇਜ ਤੋਂ ਵੀ ਮਨਾਵਾਂਗੇ ਤੇ ਬਾਕੀ ਸਾਰੇ ਦੇਸ਼ ਜਿੱਥੇ ਜਿੱਥੇ ਸਾਡੇ ਕਿਸਾਨ ਵੀਰ ਮਨਾਉਣਗੇ ਉਹ ਪੂਰੇ ਦੇਸ਼ 'ਚ ਮਨਾਇਆ ਜਾਊਗਾ। 23 ਤਰੀਕ ਨੂੰ ਆਜ਼ਾਦ ਹਿੰਦ ਕਿਸਾਨ ਦਿਵਸ ਮਨਾਇਆ ਜਾਊਗਾ। ਇਸ ਤੋਂ ਇਲਾਵਾ ਜਿਹੜੇ ਅਸੀਂ ਨਿੰਦਾ ਕਰਦੇ ਹਾਂ ਅੱਜ ਜਿਹੜੇ ਸੰਗਰੂਰ ਦੇ ਵਿੱਚ ਲਾਠੀਚਾਰਜ ਸਾਡੇ ਵਰਕਰਾਂ ਦੇ ਕੀਤਾ ਗਿਆ ਤੇ ਕਾਫੀ ਸੱਟਾਂ ਵੀ ਲੱਗੀਆਂ ਤੇ ਜਿਹੜੀ ਸਰਕਾਰ ਨੇ ਉਹਨਾਂ ਦੀ ਇਹ ਸਾਜ਼ ਕੀਤੀ ਹੈ ਤੇ ਕਿ ਹਸਪਤਾਲ ਵੀ ਗਏ ਨੇ ਤੇ ਸੱਟਾਂ ਕਾਫੀ ਸੀਰੀਅਸ ਵੀ ਨੇ। ਅਸੀਂ ਸਰਕਾਰ ਦੀ ਵੀ ਨਿੰਦਾ ਕਰਦੇ ਹਾਂ ਤੇ ਜਿਹੜੇ ਬੀਜੇਪੀ ਦੇ ਵਰਕਰ ਉੱਥੇ ਮੀਟਿੰਗਾਂ ਤੇ ਰੈਲੀਆਂ ਕਰਨ ਜਾਂਦੇ ਆ, ਸਾਡਾ ਘਰਾਓ ਦਾ ਅੱਜ ਦਾ ਨਹੀਂ ਪਿਛਲੇ 97 ਦਿਨ ਦਾ ਪ੍ਰੋਗਰਾਮ ਬਣਿਆ ਹੋਇਆ ਵੀ ਜਿੱਥੇ ਵੀ ਬੀਜੇਪੀ ਜਾ ਕੇ ਆਪਣੀ ਕੋਈ ਮੀਟਿੰਗ ਜਾਂ ਰੈਲੀ ਕਰੂਗੀ ਉਹਦਾ ਅਸੀਂ ਵਿਰੋਧ ਕਰਾਂਗੇ ਜਦ ਤੱਕ ਇਹ ਕਾਲੇ ਕਾਨੂੰਨ ਨਹੀਂ ਵਾਪਸ ਲਿੱਤੇ ਜਾਂਦੇ। ਉਹਦੇ ਮਾਤਮੀ ਹੋ ਗਏ ਕਿਸਾਨ ਵੀਰ ਗਏ ਸੀ ਤੇ ਮੁਰੋ ਲਾਠੀਚਾਰਜ ਕੀਤੇ ਗਏ। ਸੰਗਰੂਰ 'ਚ ਨਿੰਦਾ ਕਰਦੇ ਆ। ਹੁਸ਼ਿਆਰਪੁਰ ਦੇ ਵਿੱਚ ਇੱਕ ਬੀਜੇਪੀ ਦੇ ਨਿੰਦਾ ਕਰਨ ਦੇ ਤੌਰ ਤੇ ਇੱਕ ਗੋਹੇ ਦੀ ਟਾਲੀ ਲਾਈ ਗਈ ਸੀ, ਉਹ ਵੀਰ ਦੇ ਉਲਟ 307 ਦਾ ਪਰਚਾ ਪਾਇਆ ਗਿਆ। ਜਿਹੜੀ ਅਸੀਂ ਇੱਥੋਂ ਫੈਸਲਾ ਕੀਤਾ ਵੀ ਉਹਦਾ ਨਿੰਦਾ ਕਰਦੇ ਆ ਵੀ ਇੱਕ ਤੇ ਗੋਹਾ ਸਿੱਟਣ ਤੇ 307 ਦੇ ਪਰਚੇ ਪਾਉਣੇ, ਨਜਾਇਜ਼ ਪਰਚੇ ਪਾਉਣੇ ਬਹੁਤ ਗਲਤ ਨੇ। ਤੇ ਬੀਜੇਪੀ ਦਾ ਜਿਹੜਾ ਪੂਰੇ ਦੇਸ਼ ਦੇ ਵਿੱਚ ਜਿਵੇਂ ਵਿਰੋਧ ਚੱਲ ਰਿਹਾ ਸਾਰੇ ਲੀਡਰਾਂ ਦਾ ਵਿਰੋਧ ਜਾਰੀ ਰਹੂਗਾ। ਕੱਲ ਦੀ ਮੀਟਿੰਗ ਤੇ ਸਾਡੀ ਗੌਰ ਆ ਵੀ ਸਰਕਾਰ ਕਿਹੜੇ ਹਿਸਾਬ ਨਾਲ ਲੈਂਦੀ ਹੈ, ਉਹਦੀ ਅੱਜ ਅਸੀਂ ਬੁਲਾਰੇ ਨਿਯੁਕਤ ਕਰ ਚੁੱਕੇ ਹਾਂ ਤੇ ਸਾਡੀ ਸਾਰੀ ਤਿਆਰੀ ਆ। ਆਪ ਦੇ ਜਿਹੜੇ 3 ਕਾਨੂੰਨ ਤੇ MSP ਨੂੰ ਨਵਾਂ ਕਾਨੂੰਨ ਬਣਾਉਣਾ, ਇਹ 2 ਮੁੱਦੇ ਆਪਣੇ ਮੇਨ ਉੱਥੇ ਰਹਿ ਗਏ ਆ ਵੀ 3 ਕਾਨੂੰਨਾਂ ਨੂੰ ਵਾਪਸ ਲੈਣਾ ਤੇ ਕਿਵੇਂ ਲਿੱਤਾ ਜਾਊਗਾ ਤੇ ਜਾਂ MSP ਦੇ ਉੱਤੇ ਕਾਨੂੰਨ ਕਿਵੇਂ ਬਣਾਏ ਜਾਣਗੇ। ਦੂਜੇ ਪਾਸੇ ਇਸ ਪ੍ਰੈਸ ਕਾਨਫਰੰਸ ਵਿੱਚ ਉਹਨਾਂ ਵੱਲੋਂ ਸਰਕਾਰ ਤੇ ਨਿਸ਼ਾਨਾ ਸਾਧਿਆ ਗਿਆ। ਉਹਨਾਂ ਕਿਹਾ ਹੈ ਕਿ ਕਿਸਾਨਾਂ ਤੇ ਲਗਾਤਾਰ ਪਰਚੇ ਦਰਜ ਕੀਤੇ ਜਾ ਰਹੇ ਨੇ ਜਿਨ੍ਹਾਂ ਉੱਤੇ 452 ਤੇ 307 तक के पर्चे दर्ज कर दिए गए हैं जो कि बेबुनियाद ने। जो आज लाठीचार्ज किया है संगरूर में, एक बीजेपी के नेता का घेराव करने गए थे कुछ किसान, उन पे लाठीचार्ज किया पंजाब सरकार ने, उसकी सख्त निंदा करते हैं और आपके जरिए हम उनको जो पंजाब सरकार है उसको अवगत कराते हैं कि अगर आपने ये लाठीचार्ज ना बंद किया, जो ज्यादतियां ना बंद की, तो वहां भी मोर्चे उनके खिलाफ खुलेंगे। उनको चेतावनी देते हैं आपके जरिए से। इसी तरह होशियारपुर में जो तीक्ष्ण सूद वहां से साबका कैबिनेट मिनिस्टर हैं, उन्होंने निंदा की थी किसानों की और बोला था कि दिल्ली में पिकनिक मनाने गए हैं तो लड़कों को उकसाया था, तो उन लड़कों ने वहां जाके गोबर की ट्रॉली उतार दी उनके गेट के आगे। तो देखिए कितना ये सरकारें, वो चाहे कांग्रेस की सरकार हो चाहे वो बीजेपी की सरकार हो, तो किसान के साथ कैसे करते हैं। ये कह सकते हैं कि लोकतंत्र को खत्म कर रहे हैं, संविधानिक तौर पे गलत कर रहे हैं। तो उनके ऊपर 452 का पर्चा और 307 का पर्चा, ये दोनों ही पर्चे तब होते हैं अगर कोई फौजदारी हो तो, कोई झगड़ा हो तो ये क्रिमिनल एक्ट है। उन्होंने कोई क्राइम नहीं किया, केवल गोबर की ट्रॉली दी है और वो गोबर की ट्रॉली के नाम पर उनके ऊपर पर्चे किए गए। और हम आपके माध्यम से यह भी बताएंगे कल वहां बड़ी संख्या में जो आसपास के संगठन है वो उनके
जो सेक्रेटरीट है, जो हेडक्वार्टर है, वहां धरना कर रहे हैं और सरकार को चेतावनी दे रहे हैं कि इन सभी पर्चों को कैंसिल करें। और जो भद्दी शब्दावली उन्होंने इस्तेमाल किया है, जो साबका कैबिनेट मिनिस्टर तीक्ष्ण सूद है, वो मीडिया में भी है, उनके ऊपर पर्चा किया जाए, क्योंकि बहुत भद्दी शब्दावली उन्होंने वहां बोली है। ਪਿਛਲੇ 36-37 ਦਿਨਾਂ ਤੋਂ ਬਹੁਤ ਹੀ ਪੀਸਫੁਲੀ ਜਿਹੜਾ ਇਹ ਪ੍ਰੋਟੈਸਟ ਹੋ ਰਿਹਾ ਆ ਔਰ ਬੜਾ ਸ਼ਾਂਤਮਈ ਇੱਥੇ ਧਰਨਾ ਲੱਗਾ ਹੋਇਆ ਆ। ਪਰ ਕੁਝ ਸਰਕਾਰ ਦੇ ਮੰਤਰੀ, ਸਾਬਕਾ ਮੰਤਰੀ ਇੱਕ ਬੜੀ ਉਤਸ਼ਾਹੂ ਜਿਹੜੀ ਆ ਬਿਆਨਬਾਜ਼ੀ ਦੇ ਕੇ ਸਾਡੇ ਨੌਜਵਾਨਾਂ ਨੂੰ ਭੜਕਾਹਟ ਦੇ ਵਿੱਚ ਲਿਆ ਰਹੇ ਆ। ਉਹਦਾ ਪ੍ਰਤੱਖ ਪ੍ਰਮਾਣ ਜਿਹੜਾ ਆ ਹੁਸ਼ਿਆਰਪੁਰ ਦੇ ਵਿੱਚ ਹੋਇਆ ਆ, ਕਿਉਂਕਿ ਹੁਸ਼ਿਆਰਪੁਰ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਇੱਕ ਗੋਬਰ ਦੀ ਹੀ ਟਰਾਲੀ ਜਿਹੜੀ ਆ ਗੇਟ ਮੋਹਰੇ ਸਿੱਟੀ ਗਈ ਸੀ ਔਰ ਉਹਨਾਂ ਦੇ ਉੱਪਰ 307 ਤੇ 452 ਸੰਗੀਨ ਧਾਰਾਵਾਂ ਤਹਿਤ ਜਿਹੜਾ ਪਰਚਾ ਦਰਜ ਕਰ ਲਿਆ ਇਹਨਾਂ ਦੀ। ਮੈਂ ਇੱਥੇ ਨਿੰਦਾ ਕਰਦਾ ਕਿ ਇਹੋ ਜਿਹਾ ਐਡੇ ਵੱਡੇ ਕਤਲ ਦੇ ਪਰਚੇ ਦਰਜ ਕਰਨੇ ਬਹੁਤ ਹੀ ਜਿਹੜਾ ਇਹਨਾਂ ਵਾਸਤੇ ਘਟੀਆ ਕੰਮ ਆ। ਇੱਕ ਮੈਂ ਸੰਗਰੂਰ ਦੇ ਵਿੱਚ ਜਿਹੜਾ ਲਾਠੀ ਚਾਰਜ ਹੋਇਆ ਆ ਸਾਡੇ ਕਿਸਾਨ ਵੀਰਾਂ ਤੇ, ਉਹ ਵੀ ਬੜਾ ਇੱਕ ਮੰਦਭਾਗੀ ਘਟਨਾ ਆ। ਇੱਕ ਅਸੀਂ ਪਿੱਛੇ 1.5 ਮਹੀਨਾ ਪਹਿਲਾਂ ਪੰਜਾਬ ਸਰਕਾਰ ਨੂੰ ਇਹ ਗੰਨੇ ਦੇ ਰੇਟ ਪ੍ਰਤੀ ਇੱਕ ਮੰਗ ਪੱਤਰ ਦਿੱਤਾ ਗਿਆ ਸੀ। ਪੰਜਾਬ ਭਵਨ ਦੇ ਵਿੱਚ ਸਾਡੀ ਮੀਟਿੰਗ ਹੋਈ ਸੀ, ਸਾਰੀਆਂ ਹੀ ਕਿਸਾਨ ਜਥੇਬੰਦੀਆਂ ਸਾਡੇ ਨਾਲ ਸੀ ਔਰ ਉਸ ਵੇਲੇ ਗੰਨੇ ਦਾ ਰੇਟ ਵਧਾਉਣ ਵਾਸਤੇ ਜਿਹੜਾ ਮੰਗ ਪੱਤਰ ਦਿੱਤਾ ਗਿਆ ਸੀ ਕਿ ਜਿਹੜਾ ਪੰਜਾਬ ਦਾ ਰੇਟ ਆ ਉਹ ਹਰਿਆਣੇ ਦੇ ਬਰਾਬਰ ਕੀਤਾ ਜਾਵੇ, ਕਿਉਂਕਿ ਗੰਨੇ ਦਾ ਰੇਟ ਪਿਛਲੇ 4 ਸਾਲਾਂ ਤੋਂ 310 ਰੁਪਏ ਪ੍ਰਤੀ ਕੁਇੰਟਲ ਤੇ ਹੀ ਅੜਿਆ ਹੋਇਆ ਆ। ਹਾਲਾਂਕਿ 1.5 ਮਹੀਨਾ ਹੋ ਗਿਆ ਹੁਣ ਮਿੱਲਾਂ ਚੱਲਦੀਆਂ ਨੂੰ ਵੀ, ਪਰੰਤੂ ਪੰਜਾਬ ਸਰਕਾਰ ਨੇ ਹਾਲੇ ਤੱਕ ਕੋਈ ਵੀ ਉਹ ਜਿਹੜਾ ਮੁੱਲ ਤੈਅ ਨਹੀਂ ਕੀਤਾ ਵਾਅਦਾ ਕਰਕੇ। ਔਰ ਉਸ ਦਿਨ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਇੱਕ ਹਫ਼ਤੇ ਦੇ ਵਿੱਚ ਅਸੀਂ ਕਮੇਟੀ ਬਣਾ ਕੇ ਇਹਦਾ ਮੁੱਲ ਨਿਰਧਾਰਿਤ ਕਰਕੇ ਅਸੀਂ ਸਾਰੀਆਂ ਨੂੰ ਆਪਣੀਆਂ ਖੰਡ ਮਿੱਲਾਂ ਨੂੰ ਜਿਹੜਾ ਇਹ ਭੇਜ ਦੇਵਾਂਗੇ ਨੋਟੀਫਿਕੇਸ਼ਨ। ਪਰ ਅੱਜ ਤੱਕ ਜਿਹੜਾ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਅਸੀਂ ਅਪੀਲ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਕਿ ਇਹਦਾ ਗੰਨੇ ਦਾ ਰੇਟ ਜਲਦੀ ਤੋਂ ਜਲਦੀ ਵਧਾ ਕੇ ਇਹਨੂੰ ਭੇਜਿਆ ਜਾਵੇ। 350 ਰੁਪਏ ਜਿਹੜਾ ਗੰਨੇ ਦਾ ਰੇਟ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਸੰਘਰਸ਼ ਹੋ ਰਿਹਾ, ਹੋ ਸਕਦਾ ਅਸੀਂ ਪੰਜਾਬ ਦੇ ਵਿੱਚ ਵੀ ਵੱਡੀ ਪੱਧਰ ਤੇ ਜਿਹੜਾ ਇਹ ਸੰਘਰਸ਼ ਕਰੀਏ। ਜਿਹੜੀ ਕੱਲ ਦੀ ਮੀਟਿੰਗ ਦੀ ਸਾਡੀ ਤਿਆਰੀ ਆ, ਮੇਨਲੀ ਜਿਹੜਾ ਹੈਗਾ ਅਸੀਂ ਤਿੰਨ ਜਿਹੜੇ ਬਿੱਲ ਨੇ ਉਹ ਤੇ ਫੋਕਸ ਆ ਤੇ ਉਹ ਵਾਪਸ ਕਰਾਉਣੇ ਤੇ ਰੱਦ ਕਰਾਉਣ ਤੱਕ ਇਹ ਸੰਘਰਸ਼ ਜਾਰੀ ਰਹੂਗਾ। ਤੇ ਜਿਹੜਾ MSP ਦੇ ਉੱਤੇ ਜਿਹੜਾ ਕਾਨੂੰਨ ਬਣਾਉਣਾ ਉਹਦੇ ਤੇ ਮੀਟਿੰਗ ਹੈਗੀ ਆ। ਕੋਈ ਕੁਐਸਚਨਿੰਗ ਹੈਗੀ ਆ ਦੱਸੋ। ਮਾਜਨ ਸਾਹਿਬ, ਜਿਹੜਾ 6 ਤਰੀਕ ਨੂੰ ਤੁਸੀਂ ਟਰੈਕਟਰ ਮਾਰਚ ਕਰ ਰਹੇ ਹੋ, ਤੈਅ ਜਾਂ ਇਹਦੇ ਵਿੱਚ ਚੇਂਜਸ ਹੋ ਸਕਦੀਆਂ ਨੇ? ਨਹੀਂ, ਹਾਲੇ ਕੱਲ ਦੀ ਮੀਟਿੰਗ ਦੇਖਦੇ ਸਾਡਾ ਤੈਅ ਆ, ਪ੍ਰੋਗਰਾਮ ਦੇ ਚੁੱਕੇ ਆ, ਤਿਆਰੀ ਸਾਡੀ ਫੁੱਲ ਆ ਤੇ ਕੱਲ ਦੀ ਮੀਟਿੰਗ ਦੇਖਦੇ ਸਰਕਾਰ ਦਾ ਕੀ ਵੇ ਲੱਗਦਾ। ਇੱਕ ਇਹ ਮੰਗ ਆ ਰਹੀ ਹੈ ਕਿ 26 ਜਨਵਰੀ ਨੂੰ ਜਿਹੜਾ ਟਰੈਕਟਰ ਮਾਰਚ ਕਰ ਰਹੇ ਹੋ, ਕੀ ਤੁਸੀਂ ਤਿਰੰਗੇ ਲਾ ਕੇ ਕਰਨਾ ਹੈ ਜਾਂ ਕਿਸਾਨੀ ਦੀ ਹਰੀ ਝੰਡੀ ਲਾ ਕੇ ਕਰਨਾ? ਹਰੀ ਝੰਡੀ ਵੀ ਤੇ ਤਿਰੰਗੇ ਵੀ। ਹਰੀ ਝੰਡੀ ਲੱਗੇ ਹੋਏ ਆ ਪਹਿਲਾਂ ਹੀ। ਉਹਦਾ 26 ਜਨਵਰੀ ਦੇ ਕਨਸਟੀਟਿਊਸ਼ਨ ਨੂੰ ਮੰਨਦੇ ਆ, ਉਹ ਨਹੀਂ ਮੰਨਦੇ ਪਏ। ਜਿਹੜੇ ਸਟੇਟ ਦੇ ਹੈਗੇ ਆ ਹੱਕ ਉਹ ਨਹੀਂ ਦੇ ਰਹੇ ਫੈਡਰਲ ਢਾਂਚੇ ਦੇ ਵਿੱਚ, ਰੂਲਸ ਬਣਾਈ ਓਵਰ ਕਰਕੇ ਆ। ਮੈਂ ਕਲੀਅਰ ਕਰੂੰਗਾ ਕਿਵੇਂ ਦਾ ਪ੍ਰੋਟੈਸਟ ਹੋਊਗਾ ਜਿਹੜਾ 26 ਜਨਵਰੀ? ਇਹ ਤੁਹਾਨੂੰ ਅਗਲੇ ਮੀਟਿੰਗ 'ਚ ਕਲੀਅਰ ਕਰ ਦਾਂਗੇ ਸਰ। 26 ਜਨਵਰੀ ਬਹੁਤ ਦੂਰ ਆ ਹਾਲੇ ਕੱਲ ਦੀ ਮੀਟਿੰਗ ਬਾਰੇ ਪੁੱਛੋ। KMP ਤੱਕ ਕਿੱਥੇ ਤੱਕ ਜਾਣ ਦਾ ਪ੍ਰੋਗਰਾਮ ਹੈਗਾ, ਇਹ ਵੀ ਦੱਸ ਸਕਦੇ ਹੋ? ਕੱਲ ਦੱਸਦਾ। ਇਹ ਵੀ ਪਰਸੋਂ ਤੁਹਾਡੀ PC 'ਚ ਗੱਲ ਕਰਦਾ। ਕੱਲ ਨੂੰ ਮੀਟਿੰਗ ਜਿਹੜੀ ਹੈਗੀ ਉਹ ਤੇ ਦੱਸਿਓ। ਇਹ ਪ੍ਰੋਗਰਾਮ ਕਲੀਅਰ ਹੋ ਚੁੱਕੇ ਆ, PCA ਦੀ ਹੋ ਚੁੱਕੀ ਆ ਦਿੱਲੀ ਦੀ। ਹਰਸਿਮਰਤ ਕੌਰ ਬਾਦਲ ਦਾ ਫਿਰ ਤੋਂ ਬਿਆਨ ਆਉਂਦਾ ਹੈ ਕਿ ਮੈਨੂੰ ਬਿਲਕੁਲ ਨਹੀਂ ਪਤਾ ਸੀ ਇਹ ਬਿੱਲ ਕਿਸਾਨਾਂ ਦੇ ਖਿਲਾਫ ਨੇ। ਫਿਰ ਤੋਂ ਦੁਬਾਰਾ ਤੋਂ ਜਿਹੜਾ ਹੈਗਾ ਪ੍ਰਤੀਕਰਮ ਆਇਆ, ਉੱਥੇ ਕੀ ਕਰਨਾ? ਇਹਨੂੰ ਹੁਣ ਪਤਾ ਲੱਗਿਆ ਹੋਣਾ ਵੀ ਸ਼ਾਇਦ ਬਿੱਲ ਗਲਤ ਸੀਗੇ, ਕਿਉਂਕਿ ਲੋਕ ਸਾਰੇ ਪੰਜਾਬ ਦੇ ਉੱਠ ਕੇ ਇੱਥੇ ਆ ਚੁੱਕੇ ਆ। ਇੱਕ ਵੀ ਜਗ੍ਹਾ ਸਾਈਨ ਨਹੀਂ ਕੀਤੇ ਕਹਿੰਦੇ। ਅੱਛਾ ਜੀ, ਹੁਣ ਸਾਈਨ ਤਾਂ ਉਹਨਾਂ ਨੂੰ ਪਤਾ ਹੋਊਗਾ ਵੀ ਕੀਤੇ ਨਹੀਂ ਕੀਤੇ, ਪਰ ਸਾਨੂੰ ਐ ਲੱਗਦਾ ਵੀ ਜਦੋਂ ਅਸੀਂ MLA MP ਜਿਤਾ ਕੇ ਭੇਜ ਦਿੰਦੇ ਆ ਕਿਸੇ ਨੂੰ, ਉਹਨਾਂ ਦੇ ਕੋਲੋਂ ਹੀ ਫਾਈਲਾਂ ਜਾਂਦੀਆਂ ਨੇ, ਉਹਨਾਂ ਨੂੰ ਆ ਫਾਈਲਾਂ ਦੇਖਣ ਵਾਸਤੇ ਹੀ ਭੇਜਦੇ ਆ। ਉੱਥੇ ਜੇ ਉਹਨਾਂ ਨੇ ਨਹੀਂ ਦੇਖੀਆਂ ਤਾਂ ਗਲਤ ਗੱਲ ਹੈ। ਕਾਦੀਆਂ ਸਾਹਿਬ, ਜਿਹੜੇ ਸ਼ਾਹਜਹਾਨਪੁਰ ਵਾਲੇ ਮੁੰਡੇ ਬੈਰੀਗੇਡ ਤੋੜ ਕੇ ਆਏ ਸੀਗੇ ਅੱਗੇ, ਅੱਜ ਦੁਬਾਰਾ ਜਿਨ੍ਹਾਂ ਤੇ ਫੇਰ ਲਾਠੀਚਾਰਜ ਹੋਇਆ, ਤਾਂ ਜਿਹੜੀਆਂ ਰਾਜਸਥਾਨ ਦੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਪਹਿਲਾਂ ਕਹਿਤਾ ਸੀਗਾ ਵੀ ਸਾਡਾ ਕੋਈ ਨਾਤਾ ਨਹੀਂ ਇਹਨਾਂ ਦੇ ਨਾਲ, ਇਹ ਮੁੰਡੇ ਆਪਣੇ ਆਪ ਗਏ ਨੇ। ਤਾਂ ਅੱਜ ਤੁਸੀਂ ਕੰਡੈਮ ਕਰ ਰਹੇ ਹੋ, ਉਸ ਦਿਨ ਤੁਹਾਡੀ ਜਥੇਬੰਦੀਆਂ ਕਹਿੰਦੀਆਂ ਨੇ ਕਿ ਸਾਡਾ ਨਾਤਾ ਨਹੀਂ, ਅੱਜ ਨਾਤਾ ਹੈਗਾ, ਉਦੋਂ ਨਹੀਂ ਸੀ? ਨਹੀਂ, ਉਹ ਸਾਡੀ ਜਥੇਬੰਦੀਆਂ ਨੇ ਪਹਿਲਾਂ ਵੀ ਆਏ ਨੇ, ਅਸੀਂ ਕਦੀ ਕਰੰਟ ਨਹੀਂ ਕੀਤਾ ਵੀ ਉਹ ਸਾਡੇ ਨਹੀਂ ਹੈਗੇ, ਨਾ ਕਿਸੇ ਜਥੇਬੰਦੀ ਨੇ ਕੀਤਾ। ਕਿਹਾ ਜੀ ਉਹਨਾਂ ਨੇ ਔਨ ਰਿਕਾਰਡ ਕਿਹਾ ਵੀ ਜਿਹੜੇ ਮੁੰਡੇ ਬੈਰੀਕੇਡ ਤੋੜ ਕੇ ਉੱਥੇ ਗਏ ਕਿਸੇ ਨੇ ਉਹ ਸਾਡੇ ਨਹੀਂ ਹੈਗੇ। ਉਹ ਕਿਸੇ ਨੇ ਕਹਾਤਾ ਹੋਣਾ, ਜਿਵੇਂ ਅੱਗੇ ਭਾਨੂ ਜੀ ਨੇ ਕਹਿਤਾ ਸੀਗਾ ਵੀ ਕਿ ਅਸੀਂ ਲੈਣੇ ਆ ਵਾਪਸ ਵੀ ਸਾਨੂੰ ਲਾਅ ਚੰਗੇ ਨੇ,
ਸਰਕਾਰਾਂ ਇਹੋ ਜਿਹਾ ਕੁਝ ਕਰਦੀਆਂ ਹੁੰਦੀਆਂ ਜੇ ਅਸੀਂ ਕਮੈਂਟ ਕਰ ਰਹੇ ਹਾਂ ਵੀ ਸਾਡੀ ਜਥੇਬੰਦੀਆਂ ਦੇ ਬੰਦੇ। ਕੱਲ ਦੀ ਮੀਟਿੰਗ ਦੇ ਵਿੱਚ ਯੈਸ ਔਰ ਨੋ ਵਾਲੀ ਗੱਲਬਾਤ ਹੋਏਗੀ ਜਾਂ ਕੋਈ ਗੱਲਬਾਤ ਸਮਝਾਉਣ ਦੀ ਵੀ ਹੋਏਗੀ? ਨਹੀਂ ਯੈਸ ਔਰ ਨੋ ਤੋਂ ਤਾਂ ਅੱਗੇ ਵੱਧ ਚੁੱਕੀ ਹੈ। ਅਸੀਂ ਤਾਂ ਕਹਿੰਦੇ ਕਾਨੂੰਨ ਵਾਪਸ ਲੈ ਲਓ। ਉਹ ਤਾਂ ਵਾਪਸ ਦੇਣੇ ਕਿਵੇਂ ਆ, ਕਾਨੂੰਨ ਕੀ ਪ੍ਰਕਿਰਿਆ ਕਰਨੀ ਆ, ਸਾਡੀ ਜਿਹੜੀ ਸਮਝ ਆ ਉਸ ਵਾਲੇ ਪਾਸੇ ਜਾ ਰਹੇ ਆ ਅਸੀਂ ਵੀ ਕਾਨੂੰਨੀ ਪ੍ਰਕਿਰਿਆ ਕਿਵੇਂ ਕਰੋਗੇ ਇਹਨੂੰ ਵਾਪਸ ਕਰਨ ਦੀ। ਜੇ ਤੁਹਾਨੂੰ ਸਮਝਾਉਣਾ ਸ਼ੁਰੂ ਕਰਤਾ ਤੇ ਨਹੀਂ ਸਮਝਾਉਣ ਤੋਂ ਅੱਗੇ ਗੱਲ ਚੱਲ ਚੁੱਕੀ ਹੈ ਜੀ। ਉਹਨਾਂ ਨੇ ਅੱਗੇ ਉਦੋਂ 2 ਬਿੱਲ ਜਿਹੜੇ ਕੋਆਰਡੀਨੇਟਰ ਸੀ ਉਹ ਮੰਨ ਚੁੱਕੇ ਨੇ ਤੇ ਇਹ ਵੀ ਦਿਨ ਹੁਣ ਗੱਲ ਉਹ ਤੇ ਅੱਗੇ ਹੋਊਗੀ ਵੀ ਕਾਨੂੰਨੀ ਪ੍ਰਕਿਰਿਆ ਦੀ ਕਿਵੇਂ ਹੋਊਗੀ। 26 ਜਨਵਰੀ ਨੂੰ ਬਹੁਤ ਜ਼ਿਆਦਾ ਸਿਕਿਉਰਿਟੀ ਹੁੰਦੀ ਹੈ ਦਿੱਲੀ ਹਰ ਸਾਲ, ਤੇ ਇੰਨਾ ਵੱਡਾ ਟਰੈਕਟਰ ਮਾਰਚ ਅਗਰ ਕੱਢਿਆ ਜਾਵੇ, ਕਲੈਸ਼ ਹੁੰਦਾ ਪੁਲਿਸ ਨਾਲ, ਡਿਸਪਲਿਨ ਕਿਵੇਂ ਮੇਨਟੇਨ ਹੋਏਗਾ? ਇਹ ਫਿਰ ਮੌਕੇ ਤੇ ਦੇਖਿਆ ਜਾਊਗਾ, ਸਰਕਾਰ ਨੇ ਸੋਚਣਾ ਇਹ ਗੱਲ ਤਾਂ। ਅਸੀਂ ਤਾਂ ਆਪਣੀ ਕਾਲ ਦੇਤੀ ਆ। ਕੰਦਿਆ ਸਾਹਿਬ ਜਾਨਾਂ ਬਹੁਤ ਜਾ ਰਹੀਆਂ ਨੇ, ਅੱਜ ਇੱਕ ਮਤਲਬ ਕੈਮਰੇ ਤੇ ਹੀ ਜਾਨ ਚਲੀ ਗਈ ਇੱਕ ਬਜ਼ੁਰਗ ਦੀ, ਸ਼ਾਇਦ ਤੁਸੀਂ ਉਹ ਵੀਡੀਓ ਦੇਖੀ ਹੋਵੇ। ਕੁਝ ਕਰ ਰਹੇ ਹੋ ਠੰਡ ਤੋਂ ਬਚਾਉਣ ਲਈ, ਜਿਵੇਂ ਮੀਂਹ ਬਹੁਤ ਆ ਗਿਆ, ਬਾਰਿਸ਼ ਬਹੁਤ ਆ ਗਈ, ਕੋਈ ਪ੍ਰਬੰਧ ਹੋ ਰਹੇ ਨੇ? ਅਸੀਂ ਹੁਣ ਜਿਹੜਾ ਕਹਿੰਦੇ ਲਿਫਾਫੇ ਵਾਲੇ ਜਿਹੜੇ ਉੱਪਰ ਵਾਟਰਪ੍ਰੂਫ ਟੈਂਟਿੰਗ ਆ ਉਹਦੀ ਅਸੀਂ ਹੁਣ ਅਰੇਂਜਮੈਂਟ ਕੀਤੀ ਆ। ਦੇਖੋ ਅਸੀਂ ਸਰਕਾਰ ਦੇ ਬਰਾਬਰ ਤਾਂ ਹੈ ਨਹੀਂ, ਜਿੰਨੀ ਸਾਡੇ ਤੋਂ ਕੋਸ਼ਿਸ਼ ਹੋ ਰਹੀ ਹੈ ਅਸੀਂ ਪੂਰੀ ਅਰੇਂਜਮੈਂਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਰਜਾਈਆਂ ਦੀ, ਗੱਦਿਆਂ ਦੀ 1000 ਲੇਡੀਜ਼ ਦਾ ਉੱਥੇ KFC ਦੇ ਪਿੱਛੇ ਅਰੇਂਜਮੈਂਟ ਕੀਤਾ, ਟੈਂਟਿੰਗ ਲਾ ਕੇ ਗੱਦੇ ਭੇਜੇ ਨੇ ਤੇ ਜਿੰਨੀ ਵੱਧ ਤੋਂ ਵੱਧ ਹੋ ਸਕਦੀ ਹੈ। ਬਾਕੀ ਦੇਖੋ ਅਫਸੋਸ ਤਾਂ ਹੁੰਦਾ ਹੀ ਹੈ ਜੇ ਸਾਡੇ ਕੋਈ ਬੰਦਾ ਸੰਘਰਸ਼ 'ਚ ਆ ਰਿਹਾ ਤੇ ਉਹਦੀ ਜਾਨ ਜਾ ਰਹੀ ਹੈ, ਤੇ ਖਿਆਲ ਰੱਖਣ ਵਾਲੀ ਗੱਲ ਵੀ ਹੈ। ਤੇ ਠੰਡ ਵੀ ਵੱਧ ਰਹੀ ਆ, ਉਹਨੂੰ ਕੰਟਰੋਲ ਕਰ ਰਿਹਾ ਵੀ ਕਿਵੇਂ ਗਰਮ ਪਾਣੀ ਦਾ ਅਰੇਂਜਮੈਂਟ ਕੀਤਾ ਜਾਵੇ, ਕਿਵੇਂ ਉਹਨਾਂ ਨੂੰ ਗਰਮ ਪਾਣੀ ਸਵੇਰੇ ਪੀਤਾ ਜਾਵੇ, ਕਿਵੇਂ ਮੈਡੀਕਲੀ ਕਿਵੇਂ ਇਹਨਾਂ ਨੂੰ ਵਾਰਮ ਕਰ ਸਕਦੇ ਆ, ਉਹਦਾ ਪੂਰਾ ਅਰੇਂਜਮੈਂਟ ਹੁਣ ਕਰਨ ਦੀ ਅੱਜ ਵੀ ਇਹੀ ਗੱਲ ਹੋਈ ਆ। ਤੇ ਸਾਡੀ ਜਿਹੜੀ ਕਮੇਟੀ ਆ ਉਹ ਹੁਣ ਖਿਆਲ ਰੱਖੂਗੀ। 4 ਜਨਵਰੀ ਨੂੰ ਕੱਲ੍ਹ ਨੂੰ ਮੀਟਿੰਗ ਹੋਣੀ ਹੈ, ਦੁਬਾਰਾ ਫਿਰ ਮੀਟਿੰਗ ਚੱਲਦੀਆਂ ਰਹਿਣਗੀਆਂ, ਸੰਭਾਵਨਾ ਹੈ ਜਾਂ ਕੋਈ ਗੱਲ ਖੜੂ ਕਿਤੇ? ਇਹ ਸਰਕਾਰ ਦੀ ਮਰਜ਼ੀ ਹੈ, ਸਾਡੀ ਤਾਂ ਨਹੀਂ ਹੈਗੀ। ਇਸ ਤਰ੍ਹਾਂ ਸੰਘਰਸ਼ ਤੇ ਬੈਠੇ ਆ। 3 ਲੋ ਜਦ ਤੱਕ ਵਾਪਸ ਨਹੀਂ ਹੁੰਦੇ, ਸਾਨੂੰ 4 ਦੀ ਹੋਵੇ ਭਲਾ 14 ਦੀ ਹੋਵੇ, ਸਾਡਾ ਜਿਹੜਾ ਫੈਸਲਾ ਅਟੱਲ ਆ ਵੀ ਜਦ ਤੱਕ 3 ਲੋ ਵਾਪਸ ਨਹੀਂ ਹੁੰਦੇ ਜਦ ਤੱਕ ਅਸੀਂ ਇਹ ਤੋਂ ਥੱਲੇ ਕੋਈ ਮਨ ਨਹੀਂ ਮੰਨਣਾ। ਅਗਰ ਕੱਲ ਦੀ ਮੀਟਿੰਗ 'ਚ ਵੀ ਕੋਈ ਸਿੱਟਾ ਨਹੀਂ ਨਿਕਲਦਾ ਤੇ ਅੱਗੇ ਮੀਟਿੰਗ ਜਾਰੀ ਰਹਿਣਗੀਆਂ ਅਗਰ ਉਹ ਬੁਲਾਉਂਦੇ ਨੇ? ਇਹ ਮੀਟਿੰਗ ਤੋਂ ਬਾਅਦ ਡਿਸਕਸ ਹੁੰਦਾ ਜੀ ਸਾਡੀ ਯੈਸ ਔਰ ਨੋ ਤੇ ਅੜੀ ਹੈ, ਕਿਹੜੀ ਗੱਲ ਤੇ ਸਾਡੀ ਗੱਲ ਅੜ ਗਈ ਉਹਦਾ ਮੀਟਿੰਗ ਕਰਾਂਗੇ। ਤੁਹਾਡੇ ਦੌਰਾਨ ਵੀ ਸਾਨੂੰ ਸਰਕਾਰਾਂ ਦੇਖ ਹੀ ਰਹੀਆਂ ਨੇ ਵੀ ਕਿੱਦਾਂ ਦਾ ਲੈ ਕੇ ਆ ਰਹੇ। ਅਸੀਂ ਤਾਂ ਸਿੱਧਾ ਕਹਿ ਰਹੇ ਵੀ ਜਦ ਕਾਨੂੰਨ ਵਾਪਸ ਲੈਣੇ ਆ ਉਹਦੇ ਬਾਰੇ ਜੇ ਸਲਾਹ ਕਰਦੇ ਹੋ ਤੇ ਅਸੀਂ ਆ ਰਹੇ ਆ। ਤੇ ਸਾਡਾ ਜਿਹੜਾ 29 ਤਰੀਕ ਦੀ ਮੀਟਿੰਗ ਦਾ ਲੈਟਰ ਵੀ ਲਿਖ ਕੇ ਭੇਜੀ, ਉਹ ਵੀ ਇਹੀ ਲਿਖੀ ਸੀਗੀ। 4 ਏਜੰਡੇ ਸੀਗੇ, 2 ਪੂਰੇ ਹੋ ਗਏ। 2ਾਂ ਦੇ ਵਿੱਚ ਹੁਣ 3 ਕਾਨੂੰਨ ਨੇ ਪਹਿਲੇ ਦੇ ਵਿੱਚ ਤੇ ਦੂਜਾ MSP, ਉਹ 'ਚ ਇਹ ਲਿਖਿਆ ਸੀਗਾ ਵੀ ਇਹ ਵਾਪਸ ਕਿਵੇਂ ਕੀਤੇ ਜਾਣਗੇ, ਇਹ ਤੇ ਡਿਸਕਸ਼ਨ ਹੋਣੀ ਹੈ। ਸਰ ਉਹ ਵੀ ਹਜੇ ਰਿਟਨ 'ਚ ਨਹੀਂ ਮਿਲੇ, ਜਥੇਬੰਦੀਆਂ ਦਾ ਕਹਿਣਾ ਸੀਗਾ ਜਿਹੜਾ MSP ਦੇ ਪਰਾਲੀ ਦੀ ਗੱਲ ਹੋਈ ਔਰ ਬਿਜਲੀ ਐਕਟ ਤੇ ਉਹ ਗੱਲ ਪਹਿਲਾਂ ਚੱਕੀ ਜਾਵੇਗੀ ਕਿ ਰਿਟਨ 'ਚ ਮਿਲਣ? ਰਿਟਰਨ ਤੇ ਦੇਖੋ ਜਿੰਨੇ ਫੈਸਲੇ ਹੋਣਗੇ ਸਾਰੇ ਦੇ ਸਾਰੇ ਜਥੇਬੰਦੀਆਂ ਲੈ ਕੇ ਆਉਣਗੀਆਂ। ਕੱਲ ਦੀ ਮੀਟਿੰਗ ਦੇ ਵਿੱਚ ਵੀ ਸਾਰੀ ਜਥੇਬੰਦੀਆਂ ਜਿਨ੍ਹਾਂ ਨੇ ਪਿਛਲੀ ਮੀਟਿੰਗ ਅਟੈਂਡ ਕੀਤੀ ਸੀ ਉਹੀ ਸਾਰੀ ਕਰਨਗੇ। 40 ਦੀ 40 ਜਥੇਬੰਦੀਆਂ ਜਾਣਗੀਆਂ।